ਲਓ ਜੀ ਭਾਜੀ, ਸੋਹਣਿਓ, ਮਨ ਮੋਹਣਿਓ ਤੇ ਮੱਖਣ ਮਲਾਈ ਦੇ ਡੋਨਿਓ। ਇਹ ਤੀਜਾ ਐਪੀਸੋਡ ਸ਼ੁਰੂ ਕਰਨ ਤੋਂ ਪਹਿਲੇ ਕੁਝ ਜ਼ਰੂਰੀ ਗੱਲਾਂ ਮੈਂ ਕਰਨਾ ਚਾਹੁੰਦਾ। ਪਹਿਲੀ ਇਹ ਵੇ ਕਿ ਵੈਸੇ ਤਾਂ ਮੈਂ ਪਹਿਲੇ ਹੀ ਦੱਸ ਚੁੱਕਾ ਕਿ ਮਕਸਦ ਕਿਸੇ ਦੀ ਦਿਲ ਆਜ਼ਾਰੀ ਨਹੀਂ, ਸਿਰਫ ਹੱਸਣਾ ਹਸਾਣਾ ਹੈ। ਪਰ ਯਕੀਨਨ ਲੋਕੀ ਇਸ ਗੱਲ ਤੇ ਮੁਤਮਈਨ ਨਹੀਂ ਹੋਣਗੇ, ਮੇਰਾ ਖਿਆਲ ਹੈ, ਕਿਉਂਕਿ ਉਹ ਦੇਖੋ ਜੀ, 2 ਐਪੀਸੋਡ ਵੇਖਣ ਤੋਂ ਬਾਅਦ ਮੈਨੂੰ ਆਪ ਨੂੰ ਵੀ ਇਹ ਬਿਆਨ ਮੁਨਾਫਕਤ ਜਿਹੀ ਲੱਗਾ ਹੈ। ਲਿਹਾਜ਼ਾ ਥੋੜੀ ਵਜ਼ਾਹਤ ਕਰਦੇ ਹਾਂ। ਅਰਜ਼ ਹੈ ਕਿ ਇਸ ਚੈਨਲ ਦਾ ਸਭ ਤੋਂ ਵੱਡਾ ਮਕਸਦ ਬਰੇ ਸਗੀਰ ਦੀ ਸਿਆਸਤ ਵਿੱਚ ਇਸਲਾਹ ਲਿਆਉਣ ਦੀ ਇੱਕ ਕੋਸ਼ਿਸ਼ ਹੈ। ਦੂਜੀ ਇਹ ਗੱਲ ਹੈ ਜੀ ਕਿ ਦੂਜਾ ਵੱਡਾ ਮਕਸਦ ਉਹ ਜਿਹੜਾ ਮੇਰੇ ਦਿਲ ਦੇ ਬੜਾ ਕਰੀਬ ਹੈ ਕਿ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕੀਤਾ ਜਾਏ। ਇਹਦੀ ਲੋੜ ਇਸ ਵਾਸਤੇ ਨਹੀਂ ਕਿ ਮੈਂ ਬਾਕੀ ਜ਼ਬਾਨਾਂ ਨੂੰ ਕੋਈ ਨਿੰਦਣਾ ਜਾਂ ਚਾਹਨਾ ਜਾਂ ਉਹਨਾਂ ਦੇ ਖਿਲਾਫ ਹਾਂ, ਬਲਕਿ ਸਿਰਫ ਇਸ ਵਾਸਤੇ ਕਿ ਪੰਜਾਬੀ ਜ਼ਬਾਨ ਰਹਿੰਦੇ ਪੰਜਾਬ ਵਿੱਚ ਬੜੀ ਮਜ਼ਲੂਮ ਜ਼ਬਾਨ ਹੈ। ਇਸ ਤੋਂ ਜ਼ਿਆਦਾ ਜ਼ੁਲਮ ਹੋਰ ਕੀ ਹੋ ਸਕਦਾ ਹੈ ਕਿ ਖੁਦ ਪਾਕਿਸਤਾਨੀ ਸਾਈਡ ਦੇ ਪੰਜਾਬੀ ਆਪਣੀ ਜ਼ਬਾਨ ਨੂੰ ਘਾਹ ਨਹੀਂ ਪਾਉਂਦੇ ਜਾਂ ਫਿਰ ਉਹਨੂੰ ਬੋਲਣ ਵਿੱਚ ਲਿਆਈ ਮਹਿਸੂਸ ਕਰਦੇ ਨੇ। ਵਜ੍ਹਾ ਭਾਵੇਂ ਕੁਛ ਵੀ ਹੋਵੇ, ਉਹ ਇਸ ਵੇਲੇ ਜਿਹੜੇ ਬਹਿਸ ਨਹੀਂ। ਮੇਰਾ ਆਪਣਾ ਉਰਦੂ ਜ਼ਬਾਨ ਨਾਲ ਬੜਾ ਪਿਆਰ ਹੈ ਔਰ ਪੰਜਾਬੀ ਹੁਣ ਮੈਂ ਖੁਦ ਪੰਜਾਬੀ ਹੋਣ ਦੇ ਬਾਵਜੂਦ ਮੈਂ ਉਰਦੂ 'ਚ ਸ਼ਾਇਰੀ ਵੀ ਕੀਤੀ ਹੈ ਅਤੇ ਨਜ਼ਮਾਂ ਗਜ਼ਲਾਂ ਤੋਂ ਇਲਾਵਾ ਸੁਪਰ ਹਿੱਟ ਉਰਦੂ ਡਰਾਮੇ ਵੀ ਦਿਖੇ ਨੇ। ਅਤੇ ਮੈਂ ਭਲਾ ਉਹ ਸਾਡੇ ਵੱਡੇ ਕੰਮ ਤੋਂ ਦਸਤਬਰਦਾਰ ਕਿਸ ਤਰ੍ਹਾਂ ਹੋ ਸਕਣਾ। ਉਰਦੂ ਵੀ ਉਸੇ ਤਰ੍ਹਾਂ ਮੇਰੇ ਰਾਤ 'ਚ ਸ਼ਾਮਲ ਹੈ ਜਿਸ ਤਰ੍ਹਾਂ ਪੰਜਾਬੀ। ਔਰ ਮੈਂ ਇਸ ਜ਼ਬਾਨ ਦਾ ਜਾਣੂ ਹੋਣ ਦੀ ਵਜ੍ਹਾ ਨਾਲ ਇੱਕ ਫਖਰ ਵੀ ਮਹਿਸੂਸ ਕਰਦਾ ਵਾਂ। ਔਰ ਇਸ ਜ਼ਬਾਨ ਨਾਲ ਇਸ ਹੱਦ ਤੱਕ ਲਗਾਓ ਹੈ ਕਿ ਆਪਣੇ ਪੰਜਾਬੀ ਬੱਚਿਆਂ ਨਾਲ ਉਰਦੂ ਵਿੱਚ ਹੀ ਗੱਲਬਾਤ ਕਰਨਾ ਵਾ। ਨਾਲ ਹੀ ਨਾਲ ਇਹ ਵੀ ਮਕਸਦ ਹੈ ਕਿ ਸਾਬਿਤ ਕੀਤਾ ਜਾ ਸਕੇ ਕਿ ਪੰਜਾਬੀ ਜ਼ਬਾਨ ਵੀ ਕਿਸੇ ਵੀ ਸਬਜੈਕਟ ਨੂੰ ਬੜੇ ਆਰਾਮ ਔਰ ਮਜ਼ੇ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਕਿਸੇ ਵੀ ਦੂਜੀ ਵੱਡੀ ਜ਼ਬਾਨ ਦੀ ਤਰ੍ਹਾਂ ਬੜਾ ਮੌਸਰ ਜ਼ਰੀਆ ਹੋ ਸਕਦੀ ਹੈ। ਔਰ ਸਿਰਫ ਸੂਫੀਆਨਾ ਕਲਾਮ ਔਰ ਜਾਂ ਫਿਰ ਗਾਣਾ ਔਰ ਫਕੜਪਨ ਦਾ ਹੀ ਜ਼ਰੀਆ ਨਹੀਂ ਹੈ, ਬਲਕਿ ਰੋਜ਼ਮर्रा ਦੇ ਮਸਲੇ ਵੀ ਇਹਦੇ ਵਿੱਚ ਚੁਗਲਪੁਣੇ ਤੋਂ ਬਗੈਰ ਬੜੇ ਸੋਹਣੇ ਤੇ ਸੁਲੱਖੇ ਤਰੀਕੇ ਨਾਲ ਪੇਸ਼ ਕੀਤੇ ਜਾ ਸਕਦੇ ਨੇ। ਤੀਜੀ ਇਹ ਗੱਲ ਹੈ ਕਿ ਮੈਂ ਸਮਝਦਾ ਹਾਂ ਕਿ ਬਦਸਖੀਰ ਦੇ ਅਵਾਮ ਵੀ ਪੰਜਾਬੀ ਜ਼ਬਾਨ ਦੀ ਤਰ੍ਹਾਂ ਹੀ ਬੜੇ ਮਜ਼ਲੂਮ ਲੋਕ ਨੇ। ਕਿਸੇ ਜ਼ਬਾਨੇ 'ਚ ਇਹ ਲੋਕ ਸਾਰੀ ਦੁਨੀਆ ਦੀ ਤਵੱਜੋ ਦਾ ਮਰਕਜ਼ ਸਨ। ਟੈਕਸਲਾ ਯੂਨੀਵਰਸਿਟੀ 'ਚ ਦੁਨੀਆ ਭਰ ਦੇ ਸਟੂਡੈਂਟ ਉਲੂਮ ਓ ਫਨੂਨ ਔਰ ਤਹਿਜ਼ੀਬ ਓ ਸਕਾਫਤ ਸਿੱਖਣ ਲਈ ਆਉਂਦੇ ਸਨ। ਪਰ ਬੁਰਾ ਹੋਵੇ ਮਾਰ ਧਾੜ ਔਰ ਲੁੱਟ ਖਸੁੱਟ ਦੇ ਕਲਚਰ ਦਾ ਬੜੇ ਸਗੀਰ ਵੀ ਇਸ ਰਵਜ ਦਾ ਨਿਸ਼ਾਨਾ ਬਣਿਆ ਔਰ ਉਸ ਦੀ ਵਜ੍ਹਾ ਨਾਲ ਇਸ ਖਿੱਤੇ ਦੇ ਆਵਾਮ ਦਾ ਚੈਨ ਸਕੂਨ ਔਰ ਤਰੱਕੀ ਸਭ ਕੁਛ ਬਰਬਾਦ ਹੋ ਗਿਆ। ਉਤੋਂ ਹਿੰਦੁਸਤਾਨ ਦੀ ਤਕਸੀਮ ਨੇ ਨਾਸ ਤੋਂ ਸਵਾ ਸਤਿਆਨਾਸ ਕਰਕੇ ਰੱਖ ਦਿੱਤਾ। ਹੁਣ ਦੋਵੇਂ ਪਾਸੇ ਯਾਨੀ ਭਾਰਤ ਤੇ ਪਾਕਿਸਤਾਨ ਵਿੱਚ ਆਵਾਮ ਦੇ ਦਿਲਾਂ 'ਚ ਨਫ਼ਰਤ ਦੇ ਭਾਂਬੜ ਮਚੇ ਹੋਏ ਨੇ।
ਜਿਹਦੀ ਵਜ੍ਹਾ ਨਾਲ ਗੁਰਬਤ ਦੀ ਬਜਾਏ ਦੂਰੀਆਂ ਹੋਰ ਵੱਧ ਗਈਆਂ ਨੇ ਔਰ ਜੰਗ ਦੇ ਛੋਲੇ ਸਭ ਕੁਝ ਬਰਬਾਦ ਕਰਦੇ ਰਹਿੰਦੇ ਨੇ। ਇਸ ਚੈਨਲ ਦਾ ਇੱਕ ਮਕਸਦ ਇਹ ਵੀ ਹੈ ਕਿ ਇੱਧਰ ਮਬਜ਼ੂਰ ਕਰਾਈ ਜਾਏ ਅਫਗਾਨਿਸਤਾਨ ਸਮੇਤ ਕਿ ਉਹ ਕੀ ਗਲਤੀਆਂ ਕਰ ਰਹੇ ਨੇ ਔਰ ਇਹਦੇ ਵਿੱਚ ਬਿਹਤਰੀ ਲਿਆਉਣ ਦੀ ਲੋੜ ਹੈ ਵੇ, ਜਿਹਦੇ ਬਗੈਰ ਇੱਥੋਂ ਦੇ ਆਵਾਮ ਨੂੰ ਖੁਸ਼ੀਆਂ ਤੇ ਖੁਸ਼ਹਾਲੀਆਂ ਦੇਣਾ ਮੁਮਕਿਨ ਨਹੀਂ। ਚਨਾਚੇ ਬਗੈਰ ਕੋਈ ਰੂਹ ਰਿਆਇਤ ਕੀਤਿਓਂ ਜਿਹੜਾ ਵੀ ਜੋ ਗਲਤੀ ਕਰ ਰਿਹਾ ਉਹਦੀ ਝੋਲੀ ਪਾ ਕੇ ਹਾਲਾਤ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਇਹ ਸਭ ਕੁਝ ਹਾਸੇ ਮਜ਼ਾਕ ਵਿੱਚ ਲਵੇਟ ਕੇ ਇਸ ਵਾਸਤੇ ਕੀਤਾ ਜਾਏਗਾ ਕਿ ਸਭ ਪਾਰਟੀਆਂ ਇਹਨੂੰ ਹਜ਼ਮ ਕਰ ਲੈਣ ਕਿਸੇ ਵੀ ਸ਼ਰਮਸਾਰੀ ਦੇ ਬਗੈਰ ਕਿ ਸਾਰੀਆਂ ਮੁਤਲਕਾ ਪਾਰਟੀਆਂ ਕਿਤੇ ਨਾ ਕਿਤੇ ਗਲਤ ਪਾਲਿਸੀਆਂ ਲੈ ਕੇ ਚੱਲ ਰਹੀਆਂ ਨੇ, ਜਿਹਦੀ ਵਜ੍ਹਾ ਨਾਲ ਆਵਾਮ ਤਬਾਹ ਹਾਲ ਨੇ। ਇਹਦੇ ਵਾਸਤੇ ਕਿਸੇ ਨੂੰ ਤਕਲੀਫ ਪਹੁੰਚੇ ਤੇ ਪੇਸ਼ਗੀ ਮਾਜ਼ਰਤ। ਮੈਂ ਨਾ ਕਿਸੇ ਦੇ ਹੱਕ 'ਚ ਹਾਂ ਤੇ ਨਾ ਕਿਸੇ ਦੇ ਖਿਲਾਫ, ਸਿਰਫ ਹਕੀਕਤਾਂ ਬਿਆਨ ਕਰਾਂਗਾ, ਉਹ ਵੀ ਅਫਗਾਨਿਸਤਾਨ ਸਮੇਤ ਪੂਰੇ ਬਰੇ ਸਗੀਰ ਦੇ ਆਵਾਮ ਦੀ ਭਲਾਈ ਵਾਸਤੇ। ਮੈਂ ਕੋਈ ਝੂਠ ਬੋਲਿਆ ਕੋਈ ਨਾ, ਮੈਂ ਕੋਈ ਕੁਫਰ ਤੋਲਿਆ ਕੋਈ ਨਾ, ਬਈ ਕੋਈ ਨਾ। ਇਹਦੇ ਵਿੱਚ ਅਗਰ ਥੋੜੀ ਬਹੁਤ ਰਹੀ ਨਜ਼ਰ ਆਵੇਗੀ ਤੇ ਉਹ ਔਰਤਾਂ ਵਾਸਤੇ ਹੋਵੇਗੀ, ਕਿਉਂਕਿ ਮੈਂ ਸਮਝਦਾ ਮਜ਼ਲੂਮ ਤੇ ਸਾਰੇ ਹੀ ਆਵਾਮ ਨੇ। ਪਰ ਅਗਰ ਔਰਤਾਂ ਵੱਲ ਵੇਖਿਆ ਜਾਏ ਤਾਂ ਕਸਮੀਆਂ ਗੱਲ ਹੈ ਕਿ ਰੂਹ ਕੰਢੇ ਇਸ ਤਰ੍ਹਾਂ ਖਲੋ ਜਾਂਦੇ ਨੇ ਕਿ ਫਿਰ ਬਹਿਣ ਦਾ ਨਾਂ ਹੀ ਨਹੀਂ ਲੈਂਦੇ। ਸੋਚੀ ਪੈ ਜਾਂਦਾ ਵਾ ਕਿ ਢਾਕੇ ਤੋਂ ਲੈ ਕੇ ਕਾਬਲ ਤੱਕ ਔਰਤ ਹੋਣਾ ਐਡਾ ਵੱਡਾ ਜੁਰਮ ਕਿਉਂ ਹੈ। ਚੌਥੀ ਗੱਲ ਇਹ ਹੈ ਕਿ ਮੈਂ ਇਹ ਚੈਨਲ ਬਣਾਉਂਦਿਆਂ ਡਿਕਲੇਅਰ ਕੀਤਾ ਹੈ YouTube ਦੇ ਪੁੱਛਣ ਤੇ ਕਿ ਇਹ ਚੈਨਲ ਖਾਸ ਤੌਰ ਤੇ ਬੱਚਿਆਂ ਵਾਸਤੇ ਨਹੀਂ ਬਣਾਇਆ ਜਾ ਰਿਹਾ। ਪਰ ਇਹ ਮਤਲਬ ਨਹੀਂ ਬਿਲਕੁਲ ਹੀ ਕਿ ਬੱਚੇ ਇਸ ਚੈਨਲ ਨੂੰ ਨਹੀਂ ਵੇਖ ਸਕਦੇ ਜਾਂ ਬੱਚਿਆਂ ਵਾਸਤੇ ਇਸ ਚੈਨਲ ਵਿੱਚ ਕੁਝ ਵੀ ਨਹੀਂ। ਮੈਂ ਸਮਝਦਾ ਵਾਂ ਔਰ ਯਕੀਨਨ ਆਬਾਦੀ ਦੀ ਇੱਕ ਬਹੁਤ ਵੱਡੀ ਤਾਦਾਦ ਵੀ ਇਹੋ ਹੀ ਸਮਝਦੀ ਹੈ ਕਿ ਬਰੇ ਸਗੀਰ 'ਚ ਬੱਚਿਆਂ ਨਾਲ ਸ਼ਾਇਦ ਔਰਤਾਂ ਤੋਂ ਵੀ ਜ਼ਿਆਦਾ ਜ਼ੁਲਮ ਹੁੰਦਾ ਹੈ। ਰੋਟੀ ਖਾਣ ਨੂੰ ਨਹੀਂ ਲੱਭਦੀ, ਤਾਲੀਮ ਉਹ ਨਹੀਂ ਹਾਸਲ ਕਰ ਸਕਦੇ, ਪਿਆਰ ਔਰ ਨਿਗਹਦਾਸ਼ਤ ਦੀ ਬਜਾਏ ਸੜਕਾਂ ਤੇ ਰਿਹਾਇਸ਼ ਤੇ ਅਰੂੜੀਆਂ ਤੋਂ ਖਾਣੇ, ਸੜਕਾਂ ਤੇ ਰਿਹਾਇਸ਼ ਅਰੂੜੀਆਂ ਤੋਂ ਖਾਣੇ ਲੱਭਣੇ ਪੈਂਦੇ ਨੇ ਉਹਨਾਂ ਵਿਚਾਰਿਆਂ ਗਰੀਬਾਂ ਨੂੰ। ਉਸ ਤੋਂ ਵੀ ਵੱਡਾ ਲਰਜ਼ਾ ਖੇਜ਼ ਇਹ ਜ਼ੁਲਮ ਕਿ ਉਹਨਾਂ ਨਾਲ ਜਿਨਸੀ ਦਰਿੰਦਗੀ ਵੀ ਕੀਤੀ ਜਾਂਦੀ ਹੈ ਤੇ ਅਕਸਰ ਜੁਰਮ ਦਾ ਪਰਦਾ ਪਾਉਣ ਦੀ ਖਾਤਰ ਉਹਨਾਂ ਨੂੰ ਮਾਰ ਵੀ ਦਿੱਤਾ ਜਾਂਦਾ ਹੈ। ਇਸ ਲਈ ਇਹ ਤੇ ਹੋ ਨਹੀਂ ਸਕਦਾ ਕਿ ਇਸ ਚੈਨਲ ਵਿੱਚ ਬੱਚਿਆਂ ਬਾਰੇ ਕੋਈ ਗੱਲ ਨਹੀਂ ਹੋਵੇਗੀ ਔਰ ਲਾਜ਼ਮੀ ਹੋਵੇਗੀ। ਬਾਕੀ ਰਹੀ ਇਹ ਗੱਲ ਕਿ ਬੱਚੇ ਇਸ ਚੈਨਲ ਨੂੰ ਵੇਖ ਸਕਦੇ ਨੇ ਜਾਂ ਨਹੀਂ, ਕਿਉਂ ਨਹੀਂ, ਜਾਨਵਰਾਂ ਨਾਲ ਬੱਚਿਆਂ ਨੂੰ ਵੈਸੇ ਹੀ ਬੜੀ ਰਗਬਤ ਹੁੰਦੀ ਹੈ ਤੇ ਉਹ ਭਾਵੇਂ ਕੁਝ ਵੀ ਨਾ ਸਮਝ ਸਕਣ, ਵੇਖ ਕੇ ਦਿਲਚਸਪੀ ਤਾਂ ਜ਼ਰੂਰ ਲੈ ਸਕਦੇ ਨੇ। ਜਿੱਥੋਂ ਤੱਕ ਐਡਲਟ ਮਟੀਰੀਅਲ ਦਾ ਸਵਾਲ ਹੈ ਤੇ ਮੈਂ ਉਹਨੂੰ ਓਪਨਲੀ ਇਸ ਚੈਨਲ ਵਿੱਚ ਨਹੀਂ ਪੇਸ਼ ਕਰਾਂਗਾ। ਇੱਕ ਤੇ ਇਸ ਵਜ੍ਹਾ ਨਾਲ ਕਿ ਪੰਜਾਬੀ ਜ਼ੁਬਾਨ ਇਸ ਮਾਮਲੇ 'ਚ ਪਹਿਲੇ ਹੀ ਬਦਨਾਮ ਹੈ ਕਿ ਇਹਦੇ 'ਚ ਫੱਕੜਪਨ ਤੋਂ ਇਲਾਵਾ ਕੁਝ ਨਹੀਂ ਹੁੰਦਾ। ਦੂਜਾ ਇਸ ਵਜ੍ਹਾ ਤੋਂ ਕਿ ਜੋ ਮਜ਼ਾ ਇਹੋ ਜਿਹੀਆਂ ਗੱਲਾਂ ਲੁਕਾ ਛੁਪਾ ਕੇ ਕਰਨ 'ਚ ਹੈ, ਉਹ ਮਜ਼ਾ ਫਿਰ ਟੋਟਲੀ ਸੰਭਾ ਹੋ ਜਾਣਾ 'ਚ ਤਾਂ ਨਹੀਂ ਨਾ ਹੈਗਾ। ਕੀ ਖਿਆਲ ਹੈ? ਇਸ ਵਾਸਤੇ ਬੱਚੇ ਵੀ ਬੇਧੜਕ ਵੇਖ ਸਕਦੇ ਨੇ, ਕਿਉਂਕਿ ਇਸ਼ਾਰੇ ਕਿਨਾਰਿਆਂ 'ਚ ਕੀਤੀਆਂ ਗਈਆਂ ਗੱਲਾਂ ਉਹਨਾਂ ਦੇ ਤੇ ਵੈਸੇ ਸਿਰ ਤੋਂ ਲੰਘ ਜਾਣੀਆਂ ਨੇ। ਇਸ ਵਾਸਤੇ ਉਹਨਾਂ ਵਾਸਤੇ ਇਹ ਚੈਨਲ ਕਿਸੇ ਅਖਲਾਕੀ ਖਰਾਬੀ ਦਾ ਬਾਇਸ ਨਹੀਂ ਬਣ ਸਕਦਾ। ਪੰਜਵੀਂ ਇਹ ਗੱਲ ਹੈ ਕਿ ਇਹ ਚੈਨਲ ਕਿਸੇ ਦੀ ਜ਼ਾਤੀ ਅਖਲਾਕੀਅਤ ਜਾਂ ਅਕੀਦੇ ਨੂੰ
दुरुस्त या खराब कहने से हरगिज नहीं बनाया गया। अलबत्ता अगर कोई किसी से अपनी ज़ाती अखलाकियात या अपना अकीदा ज़बरदस्ती ठूसेगा ਉਹਦੀ ਨਿੰਦਾ भी की जाएगी, तो फिर ਉਹਦੇ खिलाफ भी गल होएगी तो ਉਹਦੀ ਨਿੰਦਾ भी की जाएगी, भावें ਉਹ ਇਹ ਕੰਮ ਆਪਣੇ ਹਮ ਅਕੀਦਾ ਲੋਕਾਂ ਦੇ ਖਿਲਾਫ ਹੀ ਕਿਉਂ ਨਾ ਕਰ ਰਿਹਾ ਹੋਵੇ। ਹਾਸਿਆਂ ਦੇ ਪਿੱਛੇ ਇਸ ਚੈਨਲ ਵਿੱਚ ਕੋਈ ਰਾਹਟਾਂ ਵੀ ਨਹੀਂ, ਜੇ ਕੋਈ ਮਹਿਸੂਸ ਕਰ ਸਕੇ ਤੇ ਜਿੰਦੇ ਵਸਦੇ ਰਹੋ ਤੇ ਇੰਜੋਏ ਕਰਨ ਦੇ ਨਾਲ ਨਾਲ ਸੋਚਿਓ ਵੀ ਜ਼ਰੂਰ ਕਿ ਗੱਲ ਕੀ ਹੋ ਰਹੀ ਹੈ।